ਵਾਹਿਗੁਰੂ ਸਾਹਿਬ ਜੀ। ਸਾਰੇ ਭਾਈ ਧਿਆਨ ਧਰ ਕੇ, ਜਿਵੇਂ ਰਾਤ ਦੱਸਿਆ ਸੀ, ਪਰਮੇਸ਼ਰ ਦਾ ਧਿਆਨ ਕਰਕੇ ਜਪੋ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ। ਨਾਨਕ ਹੋਸੀ ਵੀ ਸੱਚ। ਵਾਹਿਗੁਰੂ 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 ਵਾਹਿਗੁਰੂ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੇ ਆਏ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮੰਦੀ ਨੂਰ ਅਰਸੋਂ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ। ਗੁਰੂ ਗਰੀਬ ਨਵਾਜ ਅੰਤਰਜਾਮੀ ਭਗਤ ਬਚਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਓ ਸ਼ਰਧਾ ਭਾਵਨਾ ਪਿਆਰ ਵਿੱਚ ਆ ਕੇ ਤਿੰਨਾਂ ਲੋਕਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤਾਂ ਵਿੱਚ ਆਪ ਸੁਸ਼ੋਭਿਤ ਹੋ ਰਹੇ ਹੋ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇਂ ਹਉ ਕਰੋ ਨਿਵਾਸ। ਕਲਗੀਧਰ ਮਹਾਰਾਜ ਸੰਗਤ ਵਿੱਚ ਖਾਲਸੇ ਵਿੱਚ ਸਦਾ ਹੀ ਵਾਸ ਕਰਦੇ ਹਨ। ਉਹਨਾਂ ਦੀ ਪਾਵਨ ਪਵਿੱਤਰ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਲੀ ਭਾਂਤ ਸੰਗਤਾਂ ਜਾਣਦੀਆਂ ਨੇ, ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵੇ। ਮਹਾਰਾਜ ਕਹਿੰਦੇ ਨੇ ਜਿਹੜਾ ਸਿੱਧੇ ਮੱਥੇ ਜਵਾਬ ਦੇ ਦੇਵੇ ਉਹਦੇ ਵੱਲ ਸਾਡਾ ਮੁੱਖ ਹੁੰਦਾ। ਜਿਹੜਾ ਬਾਅਦ ਵਿੱਚ ਫਤਿਹ ਬੁਲਾਉਂਦਾ ਉਹਦੇ ਵੱਲ ਮੋਢਾ ਹੋ ਜਾਂਦਾ ਹੈ। ਜਿਹੜਾ ਫਤਿਹ ਦਾ ਜਵਾਬ ਨਹੀਂ ਦਿੰਦਾ ਉਹਦੇ ਵੱਲ ਅਸੀਂ ਕੰਡ ਕਰ ਲੈਂਦੇ ਆਪਣੀ, ਫਿਰ ਉਹਦੇ ਵੱਲ ਨਹੀਂ ਦੇਖਦੇ। ਕਹਿਣ ਤੋਂ ਭਾਵ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਦੇ ਸੁਭਾਵ ਨੂੰ ਜਾਣਨ ਦਾ ਯਤਨ ਕਰੋ। ਸਤਿਗੁਰੂ ਜੀ ਜਿੱਥੇ ਬਹੁਤ ਦਿਆਲੂ ਨੇ, ਜਿੱਥੇ ਬਹੁਤ ਹੀ ਕਿਰਪਾ ਕਰਦੇ ਨੇ ਆਪਣੇ 'ਤੇ, ਉੱਥੇ ਅਸੂਲਾਂ ਦੀ ਪਰਪੱਕਤਾ ਉਹਨਾਂ ਵਿੱਚ ਪਹਿਲਾਂ।
ਜੇ ਤੁਹਾਡੇ ਵਿੱਚ ਕੋਈ ਕਮੀ ਆ ਜਾਂਦੀ ਹੈ ਤਾਂ ਉਹਨਾਂ ਦੀ ਕਿਰਪਾ ਘਟ ਜਾਂਦੀ। ਸੋ ਇਸ ਕਰਕੇ ਆਪ ਸੰਗਤਾਂ ਇਸ ਚੀਜ਼ ਵੱਲ ਧਿਆਨ ਦਿਓ ਕਿ ਇੱਕ ਇੱਕ ਜੋ ਵੀ ਮਹਾਰਾਜ ਦਾ ਬਚਨ ਹੈ ਉਹ ਬਹੁਤ ਅਮੋਲਕ ਹੀਰਾ ਜਾਣ ਕੇ ਸੰਭਾਲੋ, ਕਿਉਂਕਿ ਜਿਨ੍ਹਾਂ ਨੇ ਸਤਿਗੁਰਾਂ ਨੇ ਸਾਡੇ 'ਤੇ ਇੰਨੀ ਮਿਹਰ ਕੀਤੀ ਹੈ। ਜਿਵੇਂ ਇੱਕ ਪੁੱਤਰ ਆਪਣੇ ਪਿਓ ਦੀ ਬਣਾਈ ਹੋਈ ਜਾਇਦਾਦ ਨੂੰ ਸਮਝ ਨਹੀਂ ਸਕਦਾ ਕਿ ਇਹਨੇ ਕਿੰਨੀ ਮਿਹਨਤ ਨਾਲ ਬਣਾਈ ਹੈ। ਜਾਇਦਾਦ ਨੂੰ ਖਰਾਬ ਕਰਨ ਵਿੱਚ ਜ਼ਿਆਦਾ ਕੰਮ ਕਰਦਾ ਹੈ ਔਰ ਉਹਨੂੰ ਸਮਝ ਨਹੀਂ ਹੁੰਦੀ ਜਦੋਂ ਆਪ ਬਣਾਉਣੀ ਪੈਂਦੀ, ਆਪ ਕਮਾਉਣੀ ਪੈਂਦੀ ਹੈ। ਰਾਤ ਵੀ ਬੇਨਤੀ ਕੀਤੀ ਸੀ, ਗੁਰੂ ਨਾਨਕ ਸਾਹਿਬ ਨੇ 36 ਯੁੱਗ ਤੱਕ ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ ਹੀ ਇੰਨੀ ਅਭਿਆਸ ਕੀਤੇ, ਸਿਮਰਨ ਕੀਤੇ, ਸਾਡੇ ਲਈ ਵਾਹਿਗੁਰੂ ਮੰਤਰ ਬਣਾਇਆ, ਪਰ ਆਪਾਂ ਸਮਝਦੇ ਨਹੀਂ ਇਸ ਚੀਜ਼ ਨੂੰ ਕਿ 10 ਸਰੂਪਾਂ ਨੇ 239 ਵਰੇ ਇੰਨੀ ਮਿਹਨਤ ਕੀਤੀ ਅਤੇ 4 ਯੁੱਗ ਤੱਕ 10ਵੇਂ ਪਾਤਸ਼ਾਹ ਨੇ ਜੋ ਸ੍ਰੀ ਹੇਮਕੁੰਟ ਸਾਹਿਬ ਆਪਾਂ ਜਾਂਦੇ ਹਾਂ ਉੱਥੇ ਭਗਤੀ ਕੀਤੀ। ਸੋ ਇਹ ਵਿਦ ਕਰਤ ਤਪੱਸਿਆ ਭਇਓ ਦਵੈ ਤੇ ਏਕ ਰੂਪ ਹੋਵੈ ਗਇਓ। ਕੋਈ ਛੋਟਾ ਜਿਹਾ ਪੰਥ ਨਹੀਂ ਹੈ ਆਪਣਾ, ਕੋਈ ਛੋਟਾ ਜਿਹਾ ਧਰਮ ਨਹੀਂ ਹੈ ਆਪਣਾ। ਅੱਜ ਕੱਲ੍ਹ ਲੋਕ ਝੱਟ ਆਪਣਾ ਧਰਮ ਖੜਾ ਕਰ ਲੈਂਦੇ ਨਵਾਂ ਹੀ। ਤੁਸੀਂ ਇਸ ਧਰਮ ਨੂੰ ਸਮਝੋ, ਜਾਣੋ ਅਤੇ ਆਪਣੇ ਆਪ ਨੂੰ, ਜਿਵੇਂ ਭਾਈ ਸਾਹਿਬ ਨੇ ਹੁਣੇ ਸ਼ਬਦ ਪੜ੍ਹਿਆ ਕਿ ਵਡਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਇਹ ਕੋਈ ਐਵੇਂ ਨਹੀਂ ਹੁੰਦਾ। ਪਹਿਲਾਂ ਇਹ ਜਾਣੋ ਵੀ ਜਦੋਂ ਆਪਾਂ ਕਹਿੰਦੇ ਹਾਂ ਕਿ ਸਾਧ ਸੰਗਤ ਜੀ ਆਪ ਵਡਭਾਗੀ ਹੋ, ਕਈ ਬੰਦੇ ਸੋਚਦੇ ਨੇ ਪਤਾ ਵੈਸੇ ਹੀ ਕਹਿੰਦੇ ਨੇ ਵੀ ਸਾਨੂੰ ਜਿਵੇਂ ਖੁਸ਼ ਕਰਨ ਦੇ ਮਾਰੇ ਕਹਿੰਦੇ ਹੋਣ। ਨਹੀਂ, ਇਸ ਜਿਹੜੀ ਇਹ ਸਤਸੰਗਤ ਆਪਾਂ ਨੂੰ ਮਿਲਦੀ ਹੈ, ਇਸ ਸੰਗਤ ਨੂੰ ਬ੍ਰਹਿਮੰਡ ਚਾਹੁੰਦੇ ਨੇ, ਦੇਵਤੇ ਚਾਹੁੰਦੇ ਨੇ ਔਰ ਸਾਰੇ ਇਸ ਸਤਸੰਗਤ ਨੂੰ ਕਰਦੇ ਨੇ। ਜੇ ਅੱਜ ਦੇਖੀਏ ਵਿਚਾਰ ਕੇ ਕਿ ਉਹੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹੀ ਜੋਤ, ਉਹੀ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਬਿਰਾਜਮਾਨ ਨੇ। ਸਾਡੇ ਮਨਾਂ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਆ ਵੀ ਜਾਂਦੇ ਨੇ, ਪਰ ਸਤਿਗੁਰੂ ਜੀ ਦਾ ਕਈ ਵਾਰ ਭਾਣਾ ਵੀ ਮੰਨਣਾ ਪੈਂਦਾ। ਆਪਾਂ ਸਮਝ ਲੈਂਦੇ ਕਈ ਵਾਰੀ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਫਲਾਣੇ ਥਾਂ ਬੇਅਦਬੀ ਹੋ ਗਈ, ਕਿ ਮਹਾਰਾਜ ਨੇ ਕੁਛ ਕਿਹਾ ਤਾਂ ਹੈ ਨਹੀਂ ਉਹਨੂੰ, ਜਾਂ ਕੋਈ ਆਹ ਗੱਲ ਕਰ ਦਿੱਤੀ ਵੀ ਉਹਨੇ ਕਿਹਾ ਤਾਂ ਹੈ ਨਹੀਂ ਕੁਛ। ਨਹੀਂ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਸ਼ਾਂਤ ਸੁਭਾਅ ਅਤੇ ਭਾਣੇ ਦੇ ਮਾਲਕ ਨੇ। ਮਹਾਰਾਜ ਕਦੇ ਵੀ ਕਿਸੇ ਨੂੰ ਕੁਛ ਨਹੀਂ ਕਹਿੰਦੇ ਹਨ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹਨਾਂ ਦਾ ਜੀਵਨ ਦਾ ਕਰਮ ਹੈ ਆਪੋ ਆਪਣਾ, ਮੈਂ ਵਿੱਚ ਦਖਲ ਨਹੀਂ ਦੇਣਾ। ਆਪੇ ਬੀਜ ਆਪੇ ਹੀ ਖਾ। ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਨੇ ਜਾਂ ਕੋਈ ਪੁੱਠੇ ਬੋਲ ਬੋਲੇ ਨੇ, ਉਹਨਾਂ ਦਾ ਹਾਲ ਆਪਾਂ ਆਪਣੀ ਜ਼ਿੰਦਗੀ ਵਿੱਚ ਖੁਦ ਹੀ ਦੇਖਿਆ ਵੀ ਉਹਨਾਂ ਦਾ ਹਾਲ ਕਿੰਨਾ ਮਾੜਾ ਹੁੰਦਾ। ਬਹੁਤ ਬੁਰੀ ਦਸ਼ਾ ਨਾਲ ਜ਼ਿੰਦਗੀ 'ਚ ਉਹ ਮਰਦੇ ਨੇ, ਬਿਮਾਰੀਆਂ ਸਹਿੰਦੇ ਨੇ। ਸੋ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਆਪਣਾ ਭਰੋਸਾ ਸਤਿਗੁਰਾਂ ਦੇ ਉੱਤੇ ਬਣਾਈਏ। ਵੱਡੀ ਚੀਜ਼ ਭਰੋਸਾ ਜਦੋਂ ਮਨ ਦੇ ਅੰਦਰ ਆ ਗਿਆ, ਵਿਸ਼ਵਾਸ ਕਰਿਆ ਕਰੋ। ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਵਿਸ਼ਵਾਸ ਨਹੀਂ ਕਰਦੀ ਸੰਗਤ। ਵਿੱਚ ਸਾਰੇ ਐਸੇ ਅੱਜ ਕੱਲ੍ਹ ਹੋ ਗਏ ਨੇ ਕਿ ਵਿੱਚ ਜਿਹੜੇ ਗਲਤ ਪ੍ਰਚਾਰ ਚੱਲ ਰਹੇ ਨੇ ਦਸਮ ਬਾਰੇ, ਤਾਂ ਹੋਰ ਕਈ ਤਰ੍ਹਾਂ ਦੀਆਂ ਆਹ 10ਵੇਂ ਪਾਤਸ਼ਾਹ ਦੇ ਸ਼ਾਦੀਆਂ ਬਾਰੇ ਸ਼ਾਇਦ ਸੰਗਤ ਨੂੰ ਇਹ ਨਹੀਂ ਪਤਾ ਕਿ 6ਵੇਂ ਪਾਤਸ਼ਾਹ ਦੀਆਂ ਵੀ 3 ਸ਼ਾਦੀਆਂ ਸੀ। ਜੇ ਹੁਣ ਟਕਸਾਲ ਮੁਤਾਬਕ ਦੇਖੀਏ ਕਿ ਗੜ੍ਹ ਗੰਗਾ ਦਾ ਰਾਜਾ ਆਇਆ ਸੀ 7ਵੇਂ ਪਾਤਸ਼ਾਹ ਕੋਲੇ ਯੂਪੀ ਤੋਂ, ਤਾਂ ਉਹਦੀਆਂ 7 ਬੇਟੀਆਂ ਸੀ। 7 ਬੇਟੀਆਂ ਹੀ ਅਰਪਣ ਕਰ ਗਿਆ ਸੀ 7ਵੇਂ ਪਾਤਸ਼ਾਹ ਨੂੰ। 7 ਸ਼ਾਦੀਆਂ ਸੀ 7ਵੇਂ ਪਾਤਸ਼ਾਹ ਦੀਆਂ। ਹੁਣ ਇਹ ਇਤਿਹਾਸ ਵਿੱਚ ਆਮ ਨਹੀਂ ਕਿਸੇ ਨੂੰ ਪਤਾ ਕੌਣ ਆਇਆ, ਕਿਵੇਂ ਆਇਆ। ਬੜੀ ਲੋਕ, ਕਿਉਂਕਿ ਅੱਜ ਕੱਲ੍ਹ ਦਿਮਾਗ ਬਹੁਤ ਵਰਤਦੇ ਨੇ ਆਪੋ ਆਪਣਾ। ਇੱਕ ਬੰਦਾ ਕਹਿੰਦਾ
फिर एक राणी है, फिर 1 साल बाद एक कुड़ी होई, फिर फलानी इन्नी उम्र होई। मैं कहा ये तो 4-5 विआह सी उस राजे दे। एट ए टाइम एक कुड़ी होई तो 4 होईयां, फिर 3 होईयां। उन्हें महाराज सच्चे पातशाह नूं भेटा कीतियां भी आप जी अंगीकार करो। सो ये जिहड़ी चीज़ है ये रूहानीयत विच आ, जां गुरुआं दी गल करनी, जां उन्हां बारे हुण 10वें पातशाह बारे भी बड़ा चर्चा रोज़ पुछण लग जांदे ने। ਇਹ जी नैट ते ਐ लिखिया होया, नैट नूं तां महाराज कहने सिर फिरिया ਇਹਦਾ नैट ਦਾ ਤਾਂ ਇਹ ਕੋਈ ਜਿਹਦਾ जी करदा जो मर्जी नैट ਦੇ ਉੱਤੇ पाई जावे। पर ਜਦੋਂ कोई सिंह कहंदा महाराज सच्चे पातशाह ਦੇ बारे कहंदे एक शादी सी ਤੇ ਬਈ ਕੋਈ ਕਹਿੰਦਾ ਮਾਤਾ ਜੀਤ ਕੌਰ ਬੜੇ ਸੁੰਦਰ ਸੀ ਤਾਂ ਸੁੰਦਰੀ ਨਾਮ ਪੈ ਗਿਆ, ਉਹਨਾਂ ਦਾ ਹੀ ਨਾਮ ਸੁੰਦਰੀ ਹੈ। ਤਾਂ ਫਿਰ ਸ੍ਰੀ ਅਨੰਦਪੁਰ ਸਾਹਿਬ ਆਗਮਪੁਰੇ ਮਾਤਾ ਜੀਤ ਕੌਰ ਦਾ ਅੰਗੀਠਾ ਸਾਹਿਬ ਹੈ। ਫਿਰ ਗੁਰਦੁਆਰਾ ਬਾਲਾ ਸਾਹਿਬ ਕਦੇ ਦਿੱਲੀ ਆਪਣੇ 'ਚੋਂ ਮੇਰੇ ਖਿਆਲ ਬਹੁਤ ਘੱਟ ਸੰਗਤ ਗਈ, ਪੰਜਾਬ 'ਚੋਂ ਵਰਲਡ ਦੇ ਵਿੱਚੋਂ ਬਾਲਾ ਸਾਹਿਬ ਗੁਰਦੁਆਰੇ ਦਾ ਕਿਸੇ ਨੂੰ ਪਤਾ ਹੀ ਨਹੀਂ ਹੈ। ਉੱਥੇ ਮਾਤਾ ਸੁੰਦਰ ਕੌਰ ਜੀ ਦਾ ਅੰਗੀਠਾ ਸਾਹਿਬ ਹੈ, ਉੱਥੇ ਮਾਤਾ ਸਾਹਿਬ ਕੌਰ ਜੀ ਦਾ ਅੰਗੀਠਾ ਸਾਹਿਬ ਹੈ। ਜੇ ਇੱਕ ਮਾਤਾ ਹੈ ਤਾਂ 3 ਅੰਗੀਠੇ ਕਿਵੇਂ ਹੋ ਗਏ? ਜੇ 2 ਨੇ ਤਾਂ ਵੀ 3 ਅੰਗੀਠੇ ਕਿਵੇਂ ਹੋ ਗਏ? ਹਰ ਸਾਲ ਜਿਹੜਾ ਹੋਲਾ ਮਹੱਲਾ ਹੈ, ਜਦੋਂ ਹੁਣ 28 ਤਰੀਕ ਨੂੰ ਹੋਲਾ ਮਹੱਲਾ ਹੈ, ਇਹ ਹੋਲੇ ਮਹੱਲੇ 'ਤੇ ਨਗਰ ਕੀਰਤਨ ਜਿਹੜਾ ਅਖੀਰਲੇ ਦਿਨ ਮਹੱਲਾ ਨਿਕਲਣਾ ਹੈ, ਇਹਦੀ ਸਮਾਪਤੀ ਜਾ ਕੇ ਅਗਮਪੁਰੇ ਮਾਤਾ ਜੀਤ ਕੌਰ ਦੇ ਅੰਗੀਠਾ ਸਾਹਿਬ 'ਤੇ ਹੁੰਦੀ। तो इस करके संगत ਨੂੰ ਜਿਹੜਾ ਹੈ ਕਿ ਬੰਦਗੀ ਦੀ ਜਗ੍ਹਾ ਦੇ ਉੱਤੇ ਗੁੰਮਰਾਹ ਕੁਨ ਪ੍ਰਚਾਰ ਵੱਲ ਜ਼ਿਆਦਾ ਧਿਆਨ ਦਿੰਦੇ ਹੋ। ਕੋਈ ਤੁਹਾਨੂੰ ਕੁਝ ਵੀ ਕਹਿ ਦੇਵੇ ਤੁਸੀਂ ਉਸੇ ਤੇ ਹੀ ਯਕੀਨ ਕਰ ਲੈਂਦੇ ਹੋ। ਇਸ ਕਰਕੇ ਕਿਉਂਕਿ ਕਈ ਦਿਨ ਦਾ ਮੈਂ ਸੁਣ ਰਿਹਾ ਇਸ ਚੀਜ਼ ਨੂੰ ਸੰਗਤਾਂ ਤੋਂ, ਹਰ ਕੋਈ ਕਹਿੰਦਾ ਮੇਰੇ ਮਨ ਦੇ ਵਿੱਚ ਆਹ ਗੱਲ ਹੈ, ਮੈਨੂੰ ਆਹ ਸ਼ੰਕਾ ਹੈ। ਸ਼ੰਕਾ ਤਾਂ ਗੱਲ ਤੇ ਐਸੀ ਹੋ ਗਈ कि आपां नूं खुद भी नहीं कुछ पता है। फिर कहण वाले आपां नूं जिवें मर्जी कह देण ते आपां उसे गल नूं उसे तरह ही मान लैंदे आ, क्योंकि जदों आपां नूं खुद ही नहीं पता। जिवें अमरीका दे विच एक जगह असीं कथा करके बाहर नूं आ रहे सी, एक बंदा सेवादार कहंदा बई भाई साहब ये टोपी नहीं लैनी सिर ते, गुरुद्वारा साहब वो बाहर टोपी रख के तू सिखां पटका बन के आ। ਉਹ ਅੱਗਿਓਂ ਬੰਦਾ ਅੱਜ ਕੱਲ੍ਹ ਲੋਕ ਇਹੋ ਜਿਹੇ ਹੀ ਨਹੀਂ, ਕਲਯੁਗੀ ਜੀਵ ਨੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੋਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਿਉਂਕਿ ਬਾਬਾ ਰਤਵਾੜੇ ਵਾਲੇ ਮਹਾਂਪੁਰਖਾਂ ਦੀ ਮੈਂ ਸੁਣੀ ਸੀ CD, ਉਹਨਾਂ ਦੀ ਇਹ ਵਿਆਖਿਆ ਵਿੱਚ ਚੀਜ਼ ਮੈਂ ਸੁਣੀ। ਚਲੋ ਸਾਰਿਆਂ ਮਹਾਂਪੁਰਖਾਂ ਤੋਂ ਆਪਾਂ ਨੂੰ ਕੁਛ ਨਾ ਕੁਛ ਮਿਲਦਾ। ਜਦੋਂ ਮੈਂ ਸਰਵਣ ਕੀਤੀ ਮਹਾਂਪੁਰਖ ਕਹਿੰਦੇ ਜਦੋਂ ਜਨਕ ਰਾਜੇ ਨੇ ਨਰਕ ਖਾਲੀ ਕੀਤੇ ਸੀ, ਕੱਢ ਤਾਂ ਦਿੱਤੇ ਉਹ ਸਾਰੇ ਬਾਹਰ। ਜਦੋਂ ਬਾਹਰ ਕੱਢ ਦਿੱਤੇ ਤਾਂ ਉਸ ਵਕਤ ਜਨਕ ਰਾਜਾ ਨੇ ਪੁੱਛਿਆ ਸਤਿਯੁਗ ਨੂੰ ਕਿ ਇਹ ਜਿਹੜੇ ਬਾਹਰ ਕੱਢੇ ਨੇ ਇਹਨਾਂ ਨੂੰ ਤੁਸੀਂ ਅੰਗੀਕਾਰ ਕਰੋਗੇ? ਉਹ ਕਹਿੰਦਾ ਨਾ ਨਾ, ਇਹ ਮੈਂ ਕੀ ਕਰਨੇ, ਸਾਰੇ ਜਨੇ ਗਲਤ ਬੰਦੇ ਨੇ। त्रेते वालियां नूं पुछया, कहना मैं की करने, त्रेता कहना मैं नहीं लैंदा ये बंदे। द्वापर नूं पुछया, वो कहना मैं भी नहीं लैंदा। कलयुग नूं पुछया तूं ये बंदे अपने टाइम च जन्म दे देंगा? कहना मैनूं तां लोड़ ही इन्हां दी, ये जिन्ना क्राइम वाला महकमा सारे मेरे टाइम ते भेजो। ये जिहड़ा कलयुग है ਇਹਦੇ ਵਿੱਚ जिन्ने भी फिर 10वें पातशाह ने जिहड़ा बचन कीता सी श्री पौंटा साहब होर थावां ते महाराज ने बचन किया भी जेड़े ये बंदे ने ना आ तुरकां दे ते पहाड़ियां दे, ये तुरकां दे बंदे जेड़े ने इन्हां नूं दफनाउणा ते बाकी जेड़े बंदे ने इन्हां दा संस्कार वखरा करना ते जेड़े खालसा अपना सिंह है इन्हां दा संस्कार वखरा करना। इन्हां ने की कीता, हुण सिंह थके बड़े सी, कुछ दा तां कीता, कोई पट पट के थां दब्बे। बाद च ज़्यादा शाम हो गई, कहते हुण थक गए हैं, इन्हां ने चुक के कुछ नहर उत्थे यमुना सुट दिते, कुछ जिहड़े सी इकट्ठे ही संस्कार कर दिता, तुरकां दा भी पहाड़ियां दा भी नाल इन्हां दा भी।
ਸਿੰਘਾਂ ਦਾ ਵੀ। ਉਹਨਾਂ ਨੇ ਫਿਰ ਕਿਹਾ ਵੀ ਇਹ ਮਹਾਰਾਜ ਕਹਿਣ ਲੱਗੇ ਤੁਸੀਂ ਕੀ ਕੀਤਾ, ਵਚਨ ਨਹੀਂ ਕਮਾਇਆ, ਸੰਸਕਾਰ ਕਰ ਦਿੱਤਾ ਤੁਸੀਂ ਇਹਨਾਂ ਦਾ। ਕਹਿਣ ਲੱਗੇ ਮਹਾਰਾਜ ਹੁਣ ਥੱਕੇ ਸੀ, ਸ਼ਾਮ ਵੀ ਹੋ ਗਈ ਸੀ। ਸਤਿਗੁਰੂ ਜੀ ਕਹਿੰਦੇ ਵਚਨ ਤਾਂ ਨਾ ਮੰਨਿਆ ਫਿਰ ਤੁਸੀਂ। ਚਲੋ ਠੀਕ ਹੈ ਸਿੰਘੋ, ਹੁਣ ਇਹ ਤੁਹਾਡੇ ਘਰਾਂ 'ਚ ਹੀ ਜਨਮ ਲੈਣਗੇ। ਇਹ ਜਿਹੜੇ ਕਾਲੇ ਖਾਂ ਹੋਣੀ ਸੀ ਸਾਰੇ, ਜਿਹੜੇ ਗੁਰੂ ਦੀ ਗੋਲਕ ਨੂੰ ਲੁੱਟਣ ਵਾਸਤੇ ਆਏ ਸੀ, ਜਿਹੜੇ ਕਹਿੰਦੇ ਇਹਨਾਂ ਦਾ ਹੁਣ ਫੁਰਨਾ ਰਹਿ ਗਿਆ ਗੋਲਕ ਨੂੰ ਲੁੱਟਣ ਦੇ। 500-700 ਜਾਣਾ, 500 ਪਠਾਨ ਜਿੰਨਾ, ਇਹਨਾਂ ਨੇ ਹੁਣ ਇੱਥੇ ਹੀ ਆਉਣਾ, ਸਿੰਘਾਂ ਦੇ ਘਰੇ ਜੀ ਵਾਪਸ ਜਨਮ ਲੈਣੇ ਆ। ਇਹ ਆ ਕੇ ਗੋਲਕਾਂ ਲੁੱਟਣਗੇ, ਇਹ ਪੈਸਾ ਖਾਣਗੇ। ਹੁਣ ਲੋਕ ਕਹਿੰਦੇ ਜੰਮਦਾ ਪਹਿਲਾਂ ਨਿਆਣਾ ਬਾਜ, ਉਹ ਪਹਿਲਾਂ ਹੀ ਸਿਰ ਮਨਾ ਦਿੰਦੇ ਆਪਣਾ। ਇਹ ਕਿਉਂ ਕੇਸ ਕਟਾਉਂਦੇ ਨੇ, ਇਹਨਾਂ ਨੂੰ ਕੀ ਸ਼ੌਂਕ ਚੜਿਆ? ਕਿਉਂਕਿ ਪਿਛਲੇ ਸੰਸਕਾਰ ਉਹਨਾਂ ਦੇ ਦੂਸਰੇ ਨੇ। ਹੁਣ ਕਈ ਕਹਿੰਦੇ ਜੀ ਅਸੀਂ ਸਾਡੇ ਬੱਚੇ ਸਿੱਖੀ ਨਹੀਂ ਕਮਾਉਂਦੇ, ਆਓ ਆਪਾਂ ਉਹਨਾਂ ਦੀ ਸਾਰਿਆਂ ਬੱਚਿਆਂ ਦੀ ਦਰਿਆਫਤ ਕਰਦੇ ਹਾਂ, ਇਨਕੁਆਇਰੀ ਕਰਦੇ ਹਾਂ। ਹਾਂਜੀ, ਇਹ ਬੱਚਾ ਤੁਸੀਂ ਜਦੋਂ ਹੋਇਆ ਸੀ ਕਿੱਥੇ? ਕਹਿੰਦੇ ਉਹ ਸਾਡੇ ਪਿੰਡ ਪੀਰ ਸੀਗਾ, ਉਹਦੀ ਸੁੱਖਣਾ ਸੁੱਖੀ ਸੀ। ਹੁਣ ਪੀਰ ਨੇ ਤਾਂ ਆਪਣਾ ਹੀ ਬੰਦਾ ਭੇਜਣਾ, ਤੇ ਪੀਰ ਦਾ ਬੰਦਾ ਘਰੇ ਆ ਕੇ ਤੇ ਫਿਰ ਇਹੀ ਕਹੂ ਚਲੋ ਕਬਰ ਤੇ ਚੱਲੀਏ। ਤੇ ਜਿਹੜਾ ਜਿੱਥੋਂ ਮੰਗੂਗਾ ਉਹਨੂੰ ਉਹੀ ਚੀਜ਼ ਮਿਲੂਗੀ। ਜਿਹੜਾ ਮੰਗੂਗਾ ਗੁਰੂ ਸਾਹਿਬ ਤੋਂ, ਜਿਵੇਂ ਮਨੀਕਰਨ ਵਾਲੇ ਮਹਾਂਪੁਰਸ਼ ਸੀ, ਉਹਨਾਂ ਕੋਲੇ ਕਿਸੇ ਮਾਤਾ ਨੇ ਪਟਿਆਲੇ ਬੇਨਤੀ ਕੀਤੀ ਸੀ, ਬਾਬਾ ਜੀ ਸਾਡੇ ਵਿਆਹ ਹੋਏ ਨੂੰ ਇਹ ਬੱਚਿਆਂ ਦੇ ਕਿੰਨੇ ਸਾਲ ਹੋ ਗਏ, ਕੋਈ ਭੁਜੰਗੀ ਬਖਸ਼ੋ, ਬੱਚਾ ਹੋਵੇ ਸੋਹਣਾ। ਮਹਾਂਪੁਰਸ਼ ਦਿਆਲੂ ਸੀਗੇ, ਉਹ ਕਹਿੰਦੇ ਬੀਬੀ 5 ਸਾਲ ਇਹ ਤੇਰੀ ਨੂੰਹ ਜਿਹੜੀ ਹੈ 25 ਜਪਜੀ ਸਾਹਿਬ ਰੋਜ਼ ਕਰੇ, ਤੇ 5 ਸਾਲਾਂ ਬਾਅਦ ਤੁਹਾਡੇ ਘਰ ਕੋਈ ਮਹਾਂਪੁਰਖ ਆਵੇਗਾ। ਉਹ ਕਹਿੰਦੀ ਮਾਤਾ ਜਿਹੜੀ ਸੱਸ ਸੀ, ਉਹ ਬਾਬਾ ਜੀ ਮੈਂ ਬੁੱਢੀ ਹੋ ਚੁੱਕੀ ਹਾਂ, 5 ਸਾਲ ਪਤਾ ਨਹੀਂ ਜਿਉਣਾ ਕਿ ਨਹੀਂ ਜਿਉਣਾ। ਮਹਾਂਪੁਰਸ਼ ਕਹਿੰਦੇ ਦੇਖੋ ਬੰਦਗੀ ਕਰੋਗੇ ਤਾਂ ਕੋਈ ਚੰਗਾ ਜੀਵ ਆ ਜਾਊ ਘਰ 'ਚ, ਨਹੀਂ ਤਾਂ ਮੈਨੂੰ ਕੀ ਜੇ ਜ਼ਿਆਦਾ ਕਹੋਗੇ ਮੈਂ ਆ ਜੰਗਲ 'ਚੋਂ ਕੋਈ ਬਾਂਦਰ ਕੋਈ ਹੋਰ ਜਾਨਵਰ ਮਾਰ ਕੇ ਤੁਹਾਡੇ ਘਰੇ ਭੇਜ ਦਿੰਦਾ, ਜਿਹਦੀ ਜੂਨ ਮੁੱਕਦੀ ਆ ਤੁਹਾਡੇ ਘਰ ਭੇਜ ਦਿੰਦੇ ਆ। ਕਹਿੰਦੇ ਚਲੋ ਮਹਾਰਾਜ ਜੀ ਬਾਂਦਰ ਹੀ ਭੇਜ ਦਿਓ, ਮੈਂ ਮਰਦੀ ਮਰਦੀ ਦੇਖ ਤਾਂ ਜਾਊਂ ਸਾਡੇ ਘਰ, ਆਲ ਪੋਤੇ ਦਾ ਮੂੰਹ ਦੇਖ ਲੂੰਗੀ। ਉਹ ਜੀ ਹੁਣ ਬੁੜੀ ਦੀ ਤਾਂ ਉਮਰ ਬੜੀ ਸੀ, ਉਹ ਤਾਂ 10-15 ਸਾਲ ਹੋਰ ਰਹਿਣਾ ਸੀ ਹਲੇ ਉਹਨੇ, ਕਿਉਂਕਿ ਬੁੜੀਆਂ ਨੂੰ ਆਦਤ ਹੀ ਹੁੰਦੀ ਹੈ ਵੀ ਮੈਂ ਤਾਂ ਹੁਣ ਚਲੇ ਹੀ ਜਾਣਾ। ਇੱਦਾਂ ਹੀ 20-25 ਸਾਲ ਪਹਿਲਾਂ ਹੀ ਰੌਲਾ ਸ਼ੁਰੂ ਕਰ ਦਿੰਦੀ ਵੀ ਮੈਂ ਤਾਂ ਚਲੇ ਜਾਣਾ। ਉਹ ਆਪਣੇ ਆਪ ਨੂੰ ਵੀ ਆਪਣੀ ਇੰਪੋਰਟੈਂਸ ਵਧਾਉਣ ਲਈ ਕਈ ਇਹ ਚੀਜ਼ਾਂ ਕਰ ਲੈਂਦੇ ਆ। ਉਹ ਜਦੋਂ ਹੁਣ ਹੋਇਆ, ਉਹ ਪੈਦਾ, ਉਹ ਵੱਡਾ ਹੋਇਆ, ਉਹ ਕਦੇ ਉਹਦਾ ਬਨੇਰੇ ਤੇ ਘੁੰਮੇ, ਕਦੇ ਸ਼ੀਸ਼ੇ ਮੂਹਰੇ ਖੜ ਕੇ ਹਰਕਤਾਂ ਕਰੇ। ਹੁਣ ਮਾਤਾ ਲੈ ਕੇ ਆਈ, ਬਾਬਾ ਜੀ ਇਹ ਸ਼ੀਸ਼ੇ ਮੂਹਰੇ ਖੜ ਕੇ ਨਾ, ਸ਼ੀਸ਼ੇ ਗਾੜੀ ਖੜ ਕੇ ਇਹ ਬਾਂਦਰਾਂ ਵਾਲੀਆਂ ਹਰਕਤਾਂ ਕਰਦਾ। ਕਹਿੰਦੇ ਭੇਜਿਆ ਹੀ ਬਾਂਦਰ ਆ। ਹੁਣ ਕਈ ਕਹਿਣਗੇ ਜੀ ਅੱਜ ਕੱਲ੍ਹ ਨਿਆਣੇ ਦੇ ਮੂੰਹ ਜਿਹੜੇ ਆ ਬੱਕਰੀ ਵਰਗੇ ਆ, ਤੇ ਜਿਹੜੇ ਲੋਕ ਬੱਕਰਾ ਬੱਕਰੀ ਖਾਣਗੇ ਉਹ ਬੱਕਰਾ ਬੱਕਰੀ ਵਾਲਾ ਹੀ ਮੂੰਹ ਹੋਣਾ। ਹੁਣ ਸ਼ੇਰ ਦਾ ਪੁੱਤ ਕਿੱਥੋਂ ਪੈਦਾ ਹੋਇਆ? ਕਈ ਕੁੱਕੜ ਖਾਂਦੇ ਆ ਤੇ ਫਿਰ ਉਹ ਕੁੱਕੜਾਂ ਵਰਗੇ ਨਿਆਣੇ ਹੋ ਜਾਂਦੇ ਆ। ਦੇਖੋ ਪਹਿਲਾਂ ਕੱਦ 6-6 ਫੁੱਟ ਹੁੰਦੇ ਸੀ ਸਭ ਦੇ, ਅੱਜ ਕੱਲ੍ਹ ਦੇ ਨਿਆਣੇ ਚੂਚਿਆਂ ਵਰਗੇ ਆ, ਨਿੱਕੇ ਨਿੱਕੇ ਜਿਹੇ। ਇਹ ਸਾਰੀ ਚੀਜ਼ ਦਾ ਪ੍ਰਭਾਵ ਸਾਡੇ ਉੱਤੇ ਪੈਂਦਾ। ਮਾਤਾ ਤ੍ਰਿਪਤਾ ਜੀ, ਬਾਬਾ ਕਲਿਆਣ ਚੰਦ ਜੀ ਨੇ ਬਹੁਤ ਤਪੱਸਿਆ ਕੀਤੀ। ਪਰਮੇਸ਼ਰ ਜੀ ਪ੍ਰਕਾਸ਼ਮਾਨ ਹੋਏ, ਕਹਿੰਦੇ ਦੱਸੋ ਕੀ ਚਾਹੁੰਦੇ ਹੋ? ਕਹਿੰਦੇ ਸਾਡੇ ਘਰ ਤੁਸੀਂ ਆਪ ਆਓ। ਦੇਖੋ ਮੰਗਿਆ ਵੀ ਪਰਮੇਸ਼ਰ ਆਵੇ। 9ਵੇਂ ਪਾਤਸ਼ਾਹ ਮਹਾਰਾਜ ਨੇ, ਮਾਤਾ ਗੁਜਰ ਕੌਰ ਨੇ ਪਿਛਲਿਆਂ ਸਮਿਆਂ 'ਚ ਬਹੁਤ ਬੰਦਗੀ ਕੀਤੀ ਕਿ ਸਾਡੇ ਘਰ ਐਸਾ ਯੋਧਾ ਪੁੱਤਰ ਪੈਦਾ ਹੋਵੇ। ਇਸ ਕਰਕੇ ਆਪ ਸੰਗਤਾਂ ਜਿਹੜੀਆਂ ਹੁਣ ਕੋਈ ਨਿਯਮ ਨਹੀਂ, ਕੋਈ ਨਿਤਨੇਮ ਨਹੀਂ, ਕੋਈ ਸ਼ਰਧਾ ਨਹੀਂ। ਕਿਉਂ ਮੇਰੇ ਕੋਲ ਤਾਂ ਰੋਜ਼ ਕਿੰਨੀ ਸੰਗਤ ਹਾਂ, ਸਾਰੇ ਦੇਸ਼ਾਂ ਵਿੱਚ ਵੀ, ਇੱਥੇ ਵੀ। ਮੈਨੂੰ ਤਾਂ ਜਿਹੜਾ ਮਿਲਦਾ, ਜੇ ਉਹ ਆਪਾਂ ਰਿਕਾਰਡਿੰਗ ਕਰੀਏ ਸਭ ਦੀ, ਤੁਹਾਨੂੰ ਸੁਣਾਈਏ, ਤੁਸੀਂ ਕਹੋਗੇ ਇਹ ਸਾਰੀ ਦੁਨੀਆ ਇੰਨੀ ਦੁਖੀ ਆ। ਜਿਹੜਾ ਆਉਂਦਾ ਦੁਖੀ ਆਉਂਦਾ, ਦੁਖੀ ਆਉਂਦਾ, ਕੋਈ ਨਾਮ ਜਪਣ ਵਾਲਾ ਨਹੀਂ ਆਉਂਦਾ। ਸਾਰੇ ਲੋਕ ਦੁਖੀ ਤੁਰੇ ਆਉਂਦੇ ਨੇ।
और अज भी किन्ने दुखी मिले आ, कल भी किन्ने दुखी मिले आ, सारे ही दुखी ने। क्योंकि ਜਿਹੜੀਆਂ ਮਰਿਆਦਾਵਾਂ ਗੁਰੂ ਨਾਨਕ ਸਾਹਿਬ ਨੇ ਆਪਾਂ ਨੂੰ ਬਖਸ਼ੀਆਂ, ਬਾਣੀ ਵਿੱਚ ਜੋ ਜੋ ਹਦਾਇਤਾਂ ਕੀਤੀਆਂ ਨੇ ਆਪਾਂ ਨੂੰ, ਆਪਾਂ ਉਹਨਾਂ ਸਾਰੀਆਂ ਹਦਾਇਤਾਂ ਤੋਂ ਮੁਨਕਰ। ਨਿਤਨੇਮ ਦਿੱਤਾ ਸੀ 5 ਬਾਣੀਆਂ ਦਾ, ਉਹ ਨਹੀਂ ਕਰਦੇ। ਅਸਲ 'ਚ ਆਪਾਂ ਨੂੰ ਕਦਰ ਨਹੀਂ ਹੈ, ਕਿਉਂਕਿ ਰਹਿ ਰਾਸ ਦੀ ਆਪਾਂ ਨੂੰ ਕਦਰ ਨਹੀਂ ਹੈ। ਰਾਤ ਨੂੰ ਸੌਣ ਲੱਗਿਆਂ ਸੋਹਲਾ ਸਾਹਿਬ ਦਾ ਪਾਠ, ਉਹਦੇ 4 ਸ਼ਬਦ ਪਹਿਲੇ ਹੁਣ ਬੰਦ ਕਰਤੇ ਸਭ ਨੇ, ਕਿਉਂਕਿ ਕਹਿੰਦੇ ਜ਼ਿਆਦਾ ਟਾਈਮ ਲੱਗਦਾ ਫਿਰ। ਇਸ ਕਰਕੇ ਸੁਖਮਨੀ ਸਾਹਿਬ ਦਾ ਪਾਠ ਛੱਡਤਾ, ਸਦੀਵਾਰ ਹੋਰ ਸਾਰਾ ਨਿਤਨੇਮ ਸਭ ਕੁਝ ਛੱਡ ਦਿੱਤਾ ਆਪਾਂ ਨੇ। ਜਿਹਨੂੰ ਪੁੱਛੋ ਉਹ ਜੀ ਫਿਰ ਟਾਈਮ ਨਹੀਂ ਹੁੰਦਾ ਕੰਮਾਂ ਕਾਰਾਂ ਕਰਕੇ। ਉਹ ਕੰਮਾਂ ਕਾਰਾਂ ਨੇ ਤੁਹਾਨੂੰ ਕੀ ਦੇਣਾ? ਕੰਮ ਕਾਰ ਤੁਸੀਂ ਕਾਹਦੇ ਲਈ ਕਰਦੇ ਹੋ? ਮਾਇਆ ਲਈ ਕੰਮ ਕਰਦੇ ਹੋ ਨਾ। ਤੇ ਮਹਾਂਪੁਰਸ਼ ਕੀ ਕਰਦੇ ਨੇ? ਜਾਂ ਮਹਾਂਪੁਰਸ਼ਾਂ ਦੇ ਉੱਤੇ ਸਾਰੇ ਕਿੰਤੂ ਕਰਦੇ ਨੇ। ਲੈ ਵੀ ਮਾਇਆ ਤਾਂ ਅੱਜ ਕੱਲ੍ਹ ਸੰਤਾਂ ਕੋਲ ਹੀ ਹੈ ਬਸ। ਸੰਤਾਂ ਨੇ ਕੀ ਕੀਤਾ ਜੀ? ਕਹਿੰਦੇ ਇਹ ਇਹਨਾਂ ਨੇ 100 ਜਪਜੀ ਸਾਹਿਬ ਕੀਤਾ, 50 ਕੀਤੇ ਨੇ, ਕਿਸੇ ਨੇ ਇੰਨੀਆਂ ਮੂਲ ਮੰਤਰ ਦੀਆਂ ਮਾਲਾ ਕੀਤੀਆਂ ਨੇ। ਇਸ ਕਰਕੇ ਸੰਗਤ ਇਸ ਗੱਲ ਵੱਲ ਧਿਆਨ ਦੇਵੇ ਕਿ ਸ੍ਰੀ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਤੇ ਦੂਸਰੀ ਅਸ਼ਟਪਦੀ ਜਿਹੜੀ ਹੈ, ਇਹਦੇ ਵੱਲ ਧਿਆਨ ਦਿਓ ਕਿ ਸਤਿਗੁਰੂ ਜੀ ਨੇ ਸਿਰਫ ਵਾਹਿਗੁਰੂ ਵਾਹਿਗੁਰੂ ਕਰਨ ਦਾ ਕਿੰਨਾ ਭਾਰੀ ਮਹਾਤਮ ਦੱਸਿਆ। ਜਦੋਂ ਅਸੀਂ ਆਸਟ੍ਰੇਲੀਆ ਸਮਾਗਮ ਕੀਤਾ ਸੀ, 7 ਦਿਨ ਦਾ ਸਮਾਗਮ ਸੀ ਰਾਮਪੁਰ ਖੇੜੇ ਵਾਂਗੂ, ਉਦੋਂ ਸ੍ਰੀ ਸੁਖਮਨੀ ਸਾਹਿਬ ਦੀ 7 ਦਿਨ ਵਿੱਚ ਇੱਕ ਅਸ਼ਟਪਦੀ ਦੇ ਹੀ ਅਰਥ ਕੀਤੇ, ਰੋਜ਼ ਇੱਕ ਪੌੜੀ ਦੇ ਅਰਥ ਕਰਕੇ ਸੰਗਤ ਨੂੰ ਦੱਸਣੇ। ਤੇ ਇੰਨੀ ਸਿੱਖਿਆ ਜਦੋਂ ਮੈਂ ਬੈਠ ਕੇ ਸੁਣਦਾ, CD ਲਾ ਕੇ ਕਥਾ ਜਾਂ ਪਾਠ, ਕਿਹੜੀ ਸਾਡਾ ਜ਼ਿੰਦਗੀ ਦਾ ਪ੍ਰਸ਼ਨ ਹੈ ਜਿਹਦਾ ਜਵਾਬ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਨਹੀਂ ਦਿੱਤਾ ਮਹਾਰਾਜ ਨੇ। ਹਰ ਪ੍ਰਸ਼ਨ, ਚਾਹੇ ਉਹ ਬ੍ਰਹਮ ਗਿਆਨ ਦਾ, ਚਾਹੇ ਉਹ ਥੱਲੇ ਦਾ, ਚਾਹੇ ਉਹ ਗ੍ਰਸਤੀ ਲਈ ਹੈ, ਬਹੁਤ ਭਾਰੀ ਸਿੱਖਿਆ ਸ੍ਰੀ ਸੁਖਮਨੀ ਸਾਹਿਬ ਦੇ ਦਿੱਤੀ ਹੈ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਨਾਮ ਜਪਣ ਨਾਲ ਹੀ ਕਿਰਪਾ ਹੋਣੀ ਹੈ।